ਕਰੀ ਹੈ ਕੀ ਉਹਦੇ ਲੰਗਰਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ ਜੀ ਕਿ ਕਿਉਂਕਿ ਤੁਸੀਂ ਦੇਖਦੇ ਹੋ ਹੁਣ ਸਾਡੇ ਮੇਲੇ ਵੀ ਹੈਗੇ ਤੇ ਲੋਕਾਂ ਦੀ ਜੋ ਫੁੱਟਫਾਲ ਹੈ ਉਹ ਵੱਧ ਜਾਣੀ ਹੈਗੀ ਤੇ ਟ੍ਰੈਫਿਕ ਦੀ ਜਿੱਥੇ ਇੱਕ ਸਮੱਸਿਆ ਹੁੰਦੀ ਹੈ ਉਹ ਹੈਗੀ ਹੀ ਹੈਗੀ। ਲੰਗਰ ਦਾ ਜਿਹੜਾ ਅਸੀਂ ਗੱਲ ਕਰੀਏ ਤਾਂ ਹੀਟ ਵੇਵ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸ ਵੇਲੇ ਦਾ ਕਨਸੈਪਟ ਹੈਗਾ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਵਾਸਤੇ ਤੇ ਰਿਲੀਜੀਅਸ ਵੀ ਇਹਦਾ ਸਿਗਨੀਫੀਕੈਂਸ ਰਿਹਾ ਹੈਗਾ ਕਿ ਇੱਕ ਨੇਕ ਉਪਰਾਲਾ ਸੀਗਾ। ਬਟ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੇ ਟ੍ਰੈਫਿਕ 'ਚ ਹਿੰਡਰੈਂਸ ਹੈ ਜਾਂ ਐਕਸੀਡੈਂਟ ਇਸ ਕਰਕੇ ਹੋ ਰਹੇ ਹੈ ਜਾਂ ਲੋਕਾਂ ਨੂੰ ਜ਼ਿਆਦਾ ਖੱਜਲ ਖੁਆਰੀ ਹੁੰਦੀ ਹੈਗੀ ਤਾਂ ਉਹਦੇ ਵਾਸਤੇ ਸਾਡਾ ਫਰਜ਼ ਬਣਦਾ ਹੈਗਾ ਕਿ ਅਸੀਂ ਕੋਸ਼ਿਸ਼ ਕਰੀਏ ਕਿ ਇਸ ਨੂੰ ਰੈਗੂਲਰਾਈਜ਼ ਢੰਗ ਨਾਲ ਜਾਂ ਜਿੱਥੇ ਜਿੱਥੇ ਡੈਜ਼ਿਗਨੇਟਿਡ ਥਾਂ ਹੈ ਜਿੱਥੇ ਸਪੇਸ ਹੈਗਾ ਉੱਥੇ ਕਰੀਏ ਤੇ ਲੋਕਾਂ ਦੀ ਸਹੂਲੀਅਤ ਵਾਸਤੇ ਕੋਈ ਵੀ ਕੀਤਾ ਗਿਆ ਉਪਰਾਲਾ ਉਹਨਾਂ ਦੀ ਖੱਜਲ ਖੁਆਰੀ ਵਾਸਤੇ ਨਾ ਬਣ ਜਾਣ। ਬਸ ਇਹਦੇ ਵਾਸਤੇ ਹੀ ਮੈਂ ਅਪੀਲ ਕਰਨਾ ਚਾਹਾਂਗੀ ਕਿ ਜੀ ਪਰਮਿਸ਼ਨ ਲੈ ਕੇ ਜਿਹੜੇ ਸਥਾਨ ਹੈਗੇ ਐਸਡੀਐਮ ਸਾਹਿਬ ਵੀ ਇਹਦੇ ਵਾਸਤੇ ਕਰ ਰਹੇ ਹੈਗੇ ਯਤਨ ਤਾਂ ਸਾਰਿਆਂ ਨੂੰ ਇਹੀ ਹੈਗਾ ਕਿ ਇੱਕ ਚੰਗਾ ਉਪਰਾਲਾ ਹੈ ਉਸਨੂੰ ਚੰਗੇ ਕੰਮ ਵਾਸਤੇ ਲਈਏ ਆਪਾਂ। ਕੀ ਐਡਵਾਈਸ ਕੀ ਕਿਸ ਤਰ੍ਹਾਂ ਦੇ ਨਾਲ ਪਰਮਿਸ਼ਨ ਲੈਣੀ ਪਵੇਗੀ ਜਾਂ ਲਾਊਡ ਸਪੀਕਰਾਂ ਦੇ ਲਈ ਕੀ ਉਹਦੇ ਲਈ ਲਾਊਡ ਸਪੀਕਰ ਵਾਸਤੇ ਤੇ ਇਸ ਵਾਸਤੇ ਐਸਡੀਐਮ ਦਫ਼ਤਰ ਤੁਸੀਂ ਕੰਟੈਕਟ ਕਰ ਸਕਦੇ ਹੋ, ਈਓ ਦਫ਼ਤਰ ਨੂੰ ਮਿਲ ਸਕਦੇ ਹੋ। ਕੁਝ ਸਪੇਸਿਸ ਜਿੱਥੇ ਟ੍ਰੈਫਿਕ ਦੀ ਵੀ ਕੋਈ ਇਸ਼ੂ ਨਾ ਹੋ ਤੇ ਸਪੇਸ ਵੀ ਹੋ ਤੇ ਲਾਊਡ ਸਪੀਕਰ ਵਾਸਤੇ ਤਾਂ ਟਾਈਮ ਵੀ ਹੈਗੇ, ਆਨਰੇਬਲ ਹਾਈ ਕੋਰਟ ਦੇ ਵੀ ਡਾਇਰੈਕਸ਼ਨਸ ਹੈਗੇ ਤੇ ਨੋਇਸ ਪੋਲਿਊਸ਼ਨ ਐਕਟ ਦੇ ਥੱਲੇ ਵੀ ਹੈਗਾ। ਤਾਂ ਮੇਰੀ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈਗੀ ਕਿ ਜਿਹੜੇ ਵੀ ਮਾਪਦੰਡ ਅਸੀਂ ਦਿੱਤੇ ਹੋਏ ਆ ਉਹਨਾਂ ਦੀ ਅਸੀਂ ਪਾਲਣਾ ਕਰੀਏ। ਮੈਡਮ ਧਾਰਮਿਕ ਮੁੱਦਾ ਨਾ ਬਣ ਜਾਵੇ ਇਸ ਲਈ ਕੀ ਅਪੀਲ ਕਰਨਾ ਚਾਹੁੰਦੇ? ਮੈਨੂੰ ਪੂਰਾ ਪਤਾ ਹੈਗਾ ਕਿ ਜੀ ਰਿਲੀਜੀਅਸ ਬੰਦੇ ਮੈਂ ਪਹਿਲਾਂ ਕਿਹਾ ਹੈਗਾ ਕਿ ਬਹੁਤ ਨੇਕ ਉਪਰਾਲਾ ਹੈ ਕਰਦੇ ਹਾਂ ਆਪਾਂ। ਮੈਂ ਤਾਂ ਹਿਸਟਰੀ ਤੇ ਗਈ ਹਾਂ ਕਿ ਹੀਟ ਵੇਵ ਐਡਵਾਈਜ਼ਰੀ ਜਦੋਂ ਅਸੀਂ ਦਿੰਦੇ ਹਾਂ ਤਾਂ ਛਬੀਲ ਕਰਕੇ ਇੱਕ ਕਨਸੈਪਟ ਸੀਗਾ ਉਹ ਕਰਦੇ ਰਹੇ ਹਾਂ ਤਾਂ ਬਹੁਤ ਇਸ ਤੋਂ ਲੋਕਾਂ ਨੂੰ ਫਾਇਦਾ ਹੁੰਦਾ। ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਜੀ ਇੱਕ ਛੋਟਾ ਜਿਹਾ ਇਹ ਹੈਗਾ ਕਿ ਇਸ ਤੋਂ ਕਿਸੇ ਤਰੀਕੇ ਦੀ ਖੱਜਲ ਖੁਆਰੀ ਨਾ ਹੋਣ ਜਾਂ ਇੰਸੀਡੈਂਟਸ ਜਾਂ ਕੋਈ ਐਕਸੀਡੈਂਟ ਨਾ ਹੋ ਜਾਣ ਜਾਂ ਲੋਕਾਂ ਨੂੰ ਟ੍ਰੈਫਿਕ ਵਿੱਚ ਸਮੱਸਿਆ ਨਾ ਆਵੇ ਉਹ ਸਾਡੇ ਵਾਸਤੇ ਜ਼ਰੂਰੀ ਹੈਗੇ ਤਾਂ ਅਸੀਂ ਆਪ ਚਾਹੁੰਦੇ ਕਿ ਹੋਣ। ਕੀ ਉਹਦੇ ਲੰਗਰਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ ਜੀ ਕਿ ਕਿਉਂਕਿ ਤੁਸੀਂ ਦੇਖਦੇ ਹੋ ਹੁਣ ਸਾਡੇ ਮੇਲੇ ਵੀ ਹੈਗੇ ਤੇ ਲੋਕਾਂ ਦੀ ਜੋ ਫੁੱਟਫਾਲ ਹੈ ਉਹ ਵੱਧ ਜਾਣੀ ਹੈਗੀ ਤੇ ਟ੍ਰੈਫਿਕ ਦੀ ਜਿੱਥੇ ਇੱਕ ਸਮੱਸਿਆ ਹੁੰਦੀ ਹੈ ਉਹ ਹੈਗੀ ਹੀ ਹੈਗੀ। ਲੰਗਰ ਦਾ ਜਿਹੜਾ ਅਸੀਂ ਗੱਲ ਕਰੀਏ ਤਾਂ ਹੀਟ ਵੇਵ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸ ਵੇਲੇ ਦਾ ਕਨਸੈਪਟ ਹੈਗਾ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਵਾਸਤੇ ਤੇ ਰਿਲੀਜੀਅਸ ਵੀ ਇਹਦਾ ਸਿਗਨੀਫੀਕੈਂਸ ਰਿਹਾ ਹੈਗਾ ਕਿ ਇੱਕ ਨੇਕ ਉਪਰਾਲਾ ਸੀਗਾ। ਬਟ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੇ ਟ੍ਰੈਫਿਕ 'ਚ ਹਿੰਡਰੈਂਸ ਹੈ ਜਾਂ ਐਕਸੀਡੈਂਟ ਇਸ ਕਰਕੇ ਹੋ ਰਹੇ ਹੈ ਜਾਂ ਲੋਕਾਂ ਨੂੰ ਜ਼ਿਆਦਾ ਖੱਜਲ ਖੁਆਰੀ ਹੁੰਦੀ ਹੈਗੀ ਤਾਂ ਉਹਦੇ ਵਾਸਤੇ ਸਾਡਾ ਫਰਜ਼ ਬਣਦਾ ਹੈਗਾ ਕਿ ਅਸੀਂ ਕੋਸ਼ਿਸ਼ ਕਰੀਏ ਕਿ ਇਸ ਨੂੰ ਰੈਗੂਲਰਾਈਜ਼ ਢੰਗ ਨਾਲ ਜਾਂ ਜਿੱਥੇ ਜਿੱਥੇ ਡੈਜ਼ਿਗਨੇਟਿਡ ਥਾਂ ਹੈ ਜਿੱਥੇ ਸਪੇਸ ਹੈਗਾ ਉੱਥੇ ਕਰੀਏ ਤੇ ਲੋਕਾਂ ਦੀ ਸਹੂਲੀਅਤ ਵਾਸਤੇ ਕੋਈ ਵੀ ਕੀਤਾ ਗਿਆ ਉਪਰਾਲਾ ਉਹਨਾਂ ਦੀ ਖੱਜਲ ਖੁਆਰੀ ਵਾਸਤੇ ਨਾ ਬਣ ਜਾਣ। ਬਸ ਇਹਦੇ ਵਾਸਤੇ ਹੀ ਮੈਂ ਅਪੀਲ ਕਰਨਾ ਚਾਹਾਂਗੀ ਕਿ ਜੀ ਪਰਮਿਸ਼ਨ ਲੈ ਕੇ ਜਿਹੜੇ ਸਥਾਨ ਹੈਗੇ ਐਸਡੀਐਮ ਸਾਹਿਬ ਵੀ ਇਹਦੇ ਵਾਸਤੇ ਕਰ ਰਹੇ ਹੈਗੇ ਯਤਨ ਤਾਂ ਸਾਰਿਆਂ ਨੂੰ ਇਹੀ ਹੈਗਾ ਕਿ ਇੱਕ ਚੰਗਾ ਉਪਰਾਲਾ ਹੈ ਉਸਨੂੰ ਚੰਗੇ ਕੰਮ ਵਾਸਤੇ ਲਈਏ ਆਪਾਂ। ਕੀ ਐਡਵਾਈਸ ਕੀ ਕਿਸ ਤਰ੍ਹਾਂ ਦੇ ਨਾਲ ਪਰਮਿਸ਼ਨ ਲੈਣੀ ਪਵੇਗੀ ਜਾਂ ਲਾਊਡ ਸਪੀਕਰਾਂ ਦੇ ਲਈ ਕੀ ਉਹਦੇ ਲਈ ਲਾਊਡ ਸਪੀਕਰ ਵਾਸਤੇ ਤੇ ਇਸ ਵਾਸਤੇ ਐਸਡੀਐਮ ਦਫ਼ਤਰ ਤੁਸੀਂ ਕੰਟੈਕਟ ਕਰ ਸਕਦੇ ਹੋ, ਈਓ ਦਫ਼ਤਰ ਨੂੰ ਮਿਲ ਸਕਦੇ ਹੋ। ਕੁਝ ਸਪੇਸਿਸ ਜਿੱਥੇ ਟ੍ਰੈਫਿਕ ਦੀ ਵੀ ਕੋਈ ਇਸ਼ੂ ਨਾ ਹੋ ਤੇ ਸਪੇਸ ਵੀ ਹੋ ਤੇ ਲਾਊਡ ਸਪੀਕਰ ਵਾਸਤੇ ਤਾਂ ਟਾਈਮ ਵੀ ਹੈਗੇ, ਆਨਰੇਬਲ ਹਾਈ ਕੋਰਟ ਦੇ ਵੀ ਡਾਇਰੈਕਸ਼ਨਸ ਹੈਗੇ ਤੇ ਨੋਇਸ ਪੋਲਿਊਸ਼ਨ ਐਕਟ ਦੇ ਥੱਲੇ ਵੀ ਹੈਗਾ। ਤਾਂ ਮੇਰੀ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈਗੀ ਕਿ ਜਿਹੜੇ ਵੀ ਮਾਪਦੰਡ ਅਸੀਂ ਦਿੱਤੇ ਹੋਏ ਆ ਉਹਨਾਂ ਦੀ ਅਸੀਂ ਪਾਲਣਾ ਕਰੀਏ। ਮੈਡਮ ਧਾਰਮਿਕ ਮੁੱਦਾ ਨਾ ਬਣ ਜਾਵੇ ਇਸ ਲਈ ਕੀ ਅਪੀਲ ਕਰਨਾ ਚਾਹੁੰਦੇ? ਮੈਨੂੰ ਪੂਰਾ ਪਤਾ ਹੈਗਾ ਕਿ ਜੀ ਰਿਲੀਜੀਅਸ ਬੰਦੇ ਮੈਂ ਪਹਿਲਾਂ ਕਿਹਾ ਹੈਗਾ ਕਿ ਬਹੁਤ ਨੇਕ ਉਪਰਾਲਾ ਹੈ ਕਰਦੇ ਹਾਂ ਆਪਾਂ। ਮੈਂ ਤਾਂ ਹਿਸਟਰੀ ਤੇ ਗਈ ਹਾਂ ਕਿ ਹੀਟ ਵੇਵ ਐਡਵਾਈਜ਼ਰੀ ਜਦੋਂ ਅਸੀਂ ਦਿੰਦੇ ਹਾਂ ਤਾਂ ਛਬੀਲ ਕਰਕੇ ਇੱਕ ਕਨਸੈਪਟ ਸੀਗਾ ਉਹ ਕਰਦੇ ਰਹੇ ਹਾਂ ਤਾਂ ਬਹੁਤ ਇਸ ਤੋਂ ਲੋਕਾਂ ਨੂੰ ਫਾਇਦਾ ਹੁੰਦਾ। ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਜੀ ਇੱਕ ਛੋਟਾ ਜਿਹਾ ਇਹ ਹੈਗਾ ਕਿ ਇਸ ਤੋਂ ਕਿਸੇ ਤਰੀਕੇ ਦੀ ਖੱਜਲ ਖੁਆਰੀ ਨਾ ਹੋਣ ਜਾਂ ਇੰਸੀਡੈਂਟਸ ਜਾਂ ਕੋਈ ਐਕਸੀਡੈਂਟ ਨਾ ਹੋ ਜਾਣ ਜਾਂ ਲੋਕਾਂ ਨੂੰ ਟ੍ਰੈਫਿਕ ਵਿੱਚ ਸਮੱਸਿਆ ਨਾ ਆਵੇ ਉਹ ਸਾਡੇ ਵਾਸਤੇ ਜ਼ਰੂਰੀ ਹੈਗੇ ਤਾਂ ਅਸੀਂ ਆਪ ਚਾਹੁੰਦੇ ਕਿ ਹੋਣ। मियां मुराद अली जी खुदा दे घर देर है अंधेर नहीं हर समस्या का समाधान समस्या जिमें लव मैरिज वशीकरण किता कराया लॉटरी नंबर होवे या लूटो मैक्स 649। मेरे और मेरे पति के बीच में बहुत अनबन रहती थी जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।